गुड इवनिंग एवरीवन। ਤਾਂ 8th ਆਪਾਂ ਯੂਨਿਟ ਕਰ ਰਹੇ ਸੀ। 8th ਯੂਨਿਟ ਚ ਕੀ ਚੱਲ ਰਿਹਾ ਸੀ ਆਪਣਾ 8.2 that is ਨਿਊਕਲੀਆਈ। ਤਾਂ ਨਿਊਕਲੀਆਈ ਨੂੰ ਹੀ ਆਪਾਂ ਡਿਸਕਸ ਕਰ ਰਹੇ ਸੀਗੇ ਤੇ ਸੈਕੰਡ ਕਲਾਸ ਹੈ। ਆਪਣੇ ਕੋਲ ਜੋ ਇੱਕ ਨਿਊਕਲੀਅਸ ਹੁੰਦਾ ਹੈ, ਇਸ ਪੂਰੇ ਚੈਪਟਰ ਚ ਆਪਾਂ ਇਹੀ ਡਿਸਕਸ ਕਰਨਾ ਹੈ ਕਿ ਨਿਊਕਲੀਅਸ ਦੀ ਸਟੇਬਿਲਿਟੀ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ। ਮਤਲਬ ਕੀ ਹੈ ਉਹਦਾ? ਤਾਂ ਜਿਹੜਾ ਨਿਊਕਲੀਅਸ ਹੈ that is formed from neutron and protons। ठीक है, ਜਿਹੜਾ ਆਪਣੇ ਕੋਲ ਨਿਊਕਲੀਆਈ ਹੋਊਗਾ ਉਹ ਕਿਸ ਤੋਂ ਬਣਿਆ ਹੋਇਆ? ਉਹ ਨਿਊਟਰੋਨਸ ਤੇ ਪ੍ਰੋਟੋਨਸ ਤੋਂ ਬਣਿਆ ਹੋਇਆ। ਜਦੋਂ ਆਪਣੇ ਕੋਲ ਨਿਊਟਰੋਨਸ ਤੇ ਪ੍ਰੋਟੋਨਸ ਅਲੱਗ-ਅਲੱਗ ਸੀ, ਲੌਜਿਕ ਸਮਝੋ, ਤਾਂ ਉਹਨਾਂ ਦਾ ਆਪਣੇ ਕੋਲ ਥਿਓਰੈਟੀਕਲ ਮਾਸ ਕਿੰਨਾ ਹੈ? theoretical mass कितना है? That is equal to mass of proton into number of protons। Z की अंदर अपने को एटॉमिक नंबर किसने रिप्रेजेंट करता है? नंबर ऑफ प्रोटॉन्स नो, प्लस एक होना न्यूट्रॉन का मास इनटू नंबर ऑफ न्यूट्रॉन्स। तो क्योंकि अपने को थ्योरेटिकल मास हो गया, ठीक है। फिर एक होता अपने को एक्चुअल मास। तो एक्चुअल मास अपने लेट किया सी दैट इज mn। तो लॉजिक समझो, जो एक्चुअल मास है वो हमेशा की होता थ्योरेटिकल तो लैस होता है। एक एग्जांपल लेना मैं, अपने कोल लेट से 1 रुपी नोट्स ने अवेलेबल ने, बहुत ईजी एग्जांपल है। नोट्स ਨੂੰ ਆਪਾਂ ਨੇ 100 ਨੋਟ ਲਿੱਤੇ, 100 ਨੋट्स ਨੇ, ਉਹਨਾਂ ਨੂੰ ਆਪਾਂ ਨੇ ਐਜ਼ ਇਟ ਇਜ਼ ਰੱਖਣਾ, ਤਾਂ ਉਹਨਾਂ ਨੂੰ ਸਾਂਭ ਕੇ ਰੱਖਣਾ ਔਖਾ ਹੈ, ਇਕੱਠੇ ਕਰਕੇ ਅਲੱਗ-ਅਲੱਗ ਤਾਂ ਰੱਖ ਸਕਦੇ ਹਾਂ। ਤਾਂ ਆਪਾਂ ਨੇ ਕੀ ਕੀਤਾ, ਆਪਾਂ ਨੇ 1 ਰੁਪਏ ਦੀ ਇੱਕ ਰਬੜ ਲੈ ਲਈ, ਇੱਕ ਰਬੜ ਪਰਚੇਜ਼ ਕਰ ਲਿਆ, ਰਬੜ ਬੈਂਡ ਪਰਚੇਜ਼ ਕਰ ਲਿਆ, ਤਾਂ ਉਸ ਨੂੰ ਟਾਈ ਕਰਕੇ ਰੱਖ ਲਿਆ, ਜੋ ਉਸ ਨੂੰ ਬੰਨ ਕੇ ਰੱਖ ਲਿਆ। ਹੁਣ 1 ਰੁਪਏ ਦੀ ਰਬੜ ਪਰਚੇਜ਼ ਕਰਨ ਨਾਲ ਆਪਣੇ ਕੋਲ ਬਾਉਂਡਡ ਕੁਆਂਟੀਟੀ ਕਿੰਨੀ ਬਚ ਗਈ? अपने कोल बाउंडड क्वांटिटी बची है दैट इज इक्वल टू 99 रुपी। मतलब हुण अपने कोल दिस इज एक्चुअल अमाउंट जो कंबाइंड स्टेट दे विच है, एक्चुअल अमाउंट कह सकते हैं जो कंबाइंड स्टेट दे विच है। ते जो थ्योरेटिकल है दैट इज 100 नोट्स। तो ये अपने कोल की सी अलग-अलग सी, मतलब आपां ने की कीता कि उसनू कॉम्बिनेशन स्टेट विच लियाण वास्ते आपां ने 1 रुपया स्पेंड कीता। सिमिलरली अपने कोल जदों न्यूट्रॉन्स ते प्रोटॉन्स अलग-अलग सी तां ओहदा थ्योरेटिकल मास इन्ना सी, बट ਜਦੋਂ ਉਹਨਾਂ ਨੇ ਕੰਬਾਈਨਡ ਸਟੇਟ ਦੇ ਵਿੱਚ ਇਕੱਠੇ ਹੋਏ ਨਿਊਕਲੀਅਸ ਦੇ ਵਿਚਕਾਰ, ਤਾਂ ਮਾਸ ਕੀ ਹੋ ਗਿਆ mn। ਹੁਣ ਜਿਹੜਾ ਐਕਚੁਅਲ ਮਾਸ ਹੈ ਉਹ ਘੱਟ ਹੋਊਗਾ ਐਜ਼ ਕੰਪੇਅਰ ਟੂ ਥਿਓਰੈਟੀਕਲ ਮਾਸ, ਬਿਕੋਜ਼ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਡੈਲਟਾ ਹੈ, ਜਿਸ ਨੂੰ ਆਪਾਂ ਮਾਸ ਡਿਫੈਕਟ ਕਹਿੰਦੇ ਆ, ਕੱਲ ਲਿਖਵਾਤਾ ਸੀ ਨਾ, ਜੋ ਮਾਸ ਡਿਫੈਕਟ ਹੈ ਉਹ ਯੂਟਿਲਾਈਜ਼ ਹੋ ਗਿਆ ਕਿਹਦੇ ਵਿੱਚ? ਇਸ ਨੂੰ ਬਾਉਂਡ ਕਰਕੇ ਰੱਖਣ ਦੇ ਵਿੱਚ, ਠੀਕ ਹੈ। ਤਾਂ ਆਪਣੇ ਕੋਲ जो mass defect है that is a difference of actual mass and theoretical mass। ਹੁਣ ਤੁਹਾਨੂੰ ਕਲੀਅਰ ਹੋਇਆ ਹੋਊਗਾ। ਤਾਂ ਆਪਣੇ ਕੋਲ ਜਿਹੜਾ actual mass ਹੈ and ਜਿਹੜਾ mass theoretical mass ਹੈ, ਉਹਨਾਂ ਦਾ ਜੋ difference ਹੈ ਉਹ ਕੀ ਆਪਣੇ ਕੋਲ mass defect ਹੈ। ਤੇ ਕੀ ਇਹ mass ਦਾ difference ਹੈ, ਇਸ mass ਦੇ corresponding ਜਿੰਨੀ energy ਆਪਣੀ ਰਿਲੀਜ਼ ਹੁੰਦੀ ਹੈ ਉਹ एनर्जी इस सिस्टम ने रिलीज की फॉर द पर्पस टू गेन स्टेबिलिटी, फॉर द पर्पस बाउंडेड स्टेट च होने वास्ते। तो उस एनर्जी ਨੂੰ ਆਪਾਂ ਨੇ ਨਾਮ ਕੀ ਦਿੱਤਾ? ਇਸ ਨੂੰ ਕਿ ਆਪਾਂ ਨੇ ਬਾਈਂਡਿੰਗ एनर्जी। ਤਾਂ ਇਹੀ એનર્ਜੀ ਨੂੰ, ਇੰਨੀ ਹੀ ਅਮਾਉਂਟ ਦੀ એનર્ਜੀ ਨੂੰ ਜੇ ਆਪਾਂ ਇਸ ਪਾਰਟਿਕੂਲਰ ਕੰਪਾਊਂਡ ਦੇ ਵਿੱਚ, ਪਾਰਟਿਕੂਲਰ ਕੰਬੀਨੇਸ਼ਨ ਦੇ ਵਿੱਚ ਵਾਪਸ ਪਾ ਦਾਂਗੇ, ਤਾਂ ਸਾਰੇ ਦੇ ਸਾਰੇ ਨਿਊਕਲੀਓਨਸ ਕੀ ਹੋ ਜਾਣਗੇ? ਇੱਕ ਦੂਜੇ ਤੋਂ ਅਲੱਗ-ਅਲੱਗ ਹੋ ਜਾਣਗੇ। ਸੇਮ ਚੀਜ਼ ਹੈ, ਜਦੋਂ ਨਿਊਕਲੀਅਸ ਬਣਦਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਹੈ? ਪ੍ਰੋਟੋਨਸ ਤੇ ਨਿਊਟਰੋਨਸ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਨੇ, ਉਹ ਕੁਝ એનર્ਜੀ ਲਾਸ ਕਰਦੇ ਨੇ, ਕੁਝ ਮਾਸ ਲਾਸ ਕਰਦੇ ਨੇ, ਜਿਸ ਨਾਲ ਉਹ ਕੰਬਾਈਨਡ ਸਟੇਟ ਚ ਆ ਜਾਂਦੇ ਨੇ। ਜੇ ਆਪਾਂ ਉਹੀ એનર્ਜੀ ਉਸ ਸਿਸਟਮ ਨੂੰ ਵਾਪਸ ਦੇ ਦਈਏ ਤਾਂ ਉਹ ਕੀ ਹੋ ਜਾਂਦੇ ਨੇ? ਉਹ ਵਾਪਸ ਹੋ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਤਾਂ ਉਸੇ એનર્ਜੀ ਨੂੰ ਆਪਾਂ ਨੇ ਨਾਮ ਦਿੱਤਾ ਬਾਈਂਡਿੰਗ એનર્ਜੀ। ਬਟ ਹੁਣ ਇੱਥੇ ਥੋੜਾ ਜਿਹਾ ਦੇਖ ਸਮਝਿਓ, ਸਟੈਪ ਸਮਝਿਓ। ਲੈਟਸ ਸੇ ਆਪਣੇ ਕੋਲ ਇੱਕ ਪਾਸੇ ਹੀਲੀਅਮ ਹੈ, एटॉमिक नंबर कितना 2, मास नंबर 4। इसकी लेट्स से अपने कोल बाइंडिंग एनर्जी गिवन है दैट इज 16। तो एक पासे अपने कोल हैगा कोई भी एलिमेंट ले लेने, ऑक्सीजन ले लिया, ऑक्सीजन का अपने कोल हैगा 8 नंबर 16 हो गया। तो ਇਹਦਾ ਆਪਾਂ कर लेने 36 MeV कर लेने या 36 या 48 कर लेना मैं, यस 48 मेगा इलेक्ट्रॉन वोल्ट इज द बाइंडिंग एनर्जी फॉर ऑक्सीजन, 16 मेगा इलेक्ट्रॉन वोल्ट इज अ बाइंडिंग एनर्जी फॉर हीलियम। बट इस दे विच स्टेबिलिटी कितनी ज्यादा है? जिस सिस्टम दी, जिस एलिमेंट की बाइंडिंग एनर्जी ज्यादा होगी उसकी अपने कोल स्टेबिलिटी ज्यादा होगी, ठीक है। हुण बाइंडिंग एनर्जी जे देखी जाए तो अपने कोल किस दी न्यूमेरिकली ज्यादा है, वो पता लग रहा है 48 वाला ज्यादा है 16 नालों। बट इत्थे ध्यान नाल देखो, मैं हुण इसनूं एक्सप्लेन करदा।
ਜੇ ਆਪਾਂ ਇਸ ਨੂੰ ਦੇਖੀਏ ਕਿ ਆਪਣੇ ਕੋਲ ਜੋ ਸਿਸਟਮ ਹੈ ਇਹਦੇ ਵਿੱਚ ਆਪਣੇ ਕੋਲ ਹੀਲੀਅਮ ਦੇ ਵਿੱਚ 4 ਨਿਊਕਲੀਓਨਸ ਨੇ 4 ਨਿਊਕਲੀਓਨਸ ਦੀ ਕਿੰਨੀ ਬਾਈਂਡਿੰਗ એનર્ਜੀ ਹੈ 16 ਮੈਗਾ ਇਲੈਕਟ੍ਰੋਨ ਵੋਲਟ ਇੱਥੇ ਉਸ ਤੋਂ ਬਾਅਦ ਆਕਸੀਜਨ ਦੀ ਕਿੰਨੀ ਹੈ 16 ਪਾਰਟੀਕਲਸ ਨੇ 16 ਪਾਰਟੀਕਲਸ ਨੇ ਕੰਬਾਈਨ ਕਰਕੇ ਰੱਖਣ ਵਾਸਤੇ ਕਿੰਨੀ એનર્ਜੀ ਯੂਟਿਲਾਈਜ਼ ਕਰ ਰਹੇ ਨੇ 48 ਮੈਗਾ ਇਲੈਕਟ੍ਰੋਨ ਵੋਲਟ ਆਪਾਂ ਕੰਪੇਅਰ ਨਹੀਂ ਕਰ ਸਕਦੇ ਤਾਂ ਡਾਇਰੈਕਟ ਬਾਈਂਡਿੰਗ એનર્ਜੀ ਨਾਲ ਆਪਾਂ ਕੰਪੇਅਰ ਨਹੀਂ ਕਰ ਸਕਦੇ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਕਰਾਂਗੇ ਕਿ ਜੇ 4 ਨਿਊਕਲੀਅਨਸ ਵਾਸਤੇ 16 MeV ਹੈ ਠੀਕ ਹੈ ਤਾਂ ਇੱਕ ਨਿਊਕਲੀਅਨ ਵਾਸਤੇ ਕਿੰਨਾ ਹੋਊਗਾ 16/4 ਤਾਂ ਕਿੰਨਾ ਹੋ ਗਿਆ 4 MeV ਤਾਂ ਇੱਕ ਪਰ ਨਿਊਕਲੀਅਨ ਕਿੰਨੀ ਹੋਗੀ ਆਪਣੇ ਕੋਲ एनर्जी 4 MeV ठीक है सिमिलरली अपने को आ गया केड़े वाला ऑक्सीजन ऑक्सीजन की अपने को 48 बाय कितने अंदर एलिमेंट्स हैं कितने न्यूक्लियोन्स ने 16 तो कितना बना 3 तो 3 MeV हुण आपां कंपेयर कर सकते हैं हुण अपने कोल हीलियम वास्ते कितनी वैल्यू है बाइंडिंग एनर्जी पर न्यूक्लियन दैट इज 4 MeV ऑक्सीजन वास्ते कितनी वैल्यू है 3 MeV ਤਾਂ ਕਿਸ ਵਾਸਤੇ ਬਾਈਂਡਿੰਗ એનર્ਜੀ ਜ਼ਿਆਦਾ ਹੈ ਤਾਂ ਬਾਈਂਡਿੰਗ એનર્ਜੀ ਨੂੰ ਕੰਪੇਅਰ ਕਰ ਸਕਦੇ ਹਾਂ ਪਰ ਨਿਊਕਲੀਓਨ ਦੇ ਬੇਸ ਤੇ ਆਪਾਂ ਬਾਈਂਡਿੰਗ એનર્ਜੀ ਨੂੰ ਕੱਲੇ ਐਜ਼ ਇਟ ਇਜ਼ ਕੰਪੇਅਰ ਨਹੀਂ ਕਰ ਸਕਦੇ ਤਾਂ ਪਰ ਨਿਊਕਲੀਓਨ ਦੇ ਬੇਸ ਤੇ ਆਪਾਂ ਕੰਪੇਅਰ ਕਰ ਸਕਦੇ ਹਾਂ ਕੰਪੇਅਰ ਕਰਕੇ ਹੀ ਉਸ ਨੂੰ ਆਪਾਂ ਸਟੱਡੀ ਕਰ ਸਕਦੇ ਹਾਂ ਠੀਕ ਹੈ ਤਾਂ ਆਪਣੇ ਕੋਲ ਕੀ ਬਚਿਆ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਫॉर ਹੀਲੀਅਮ ਤੇ ਆਕਸੀਜਨ ਤਾਂ ਆਪਣੇ ਕੋਲ ਨੈਕਸਟ ਸਟੇਟਮੈਂਟ ਜਿਹੜੀ ਬਣਦੀ ਹੈ ਦੈਟ ਇਜ਼ बाइंडिंग एनर्जी पर न्यूक्लियन तो अपने को बन रहा है बाइंडिंग एनर्जी पर न्यूक्लियन बन रही है सिंपल था इसकी स्टेटमेंट भी सेम ही बनती है इट इज द रेशियोज इट इज डिफाइंड as the ratio of binding energy of the nucleus binding ਨਾਲ ਜੇ ਤੁਹਾਡਾ ਨੋਟ ਕਰਨਾ ਰਹਿ ਜਾਂਦਾ ਤਾਂ ਇਸ ਨੂੰ ਪੌਜ਼ ਕਰਕੇ ਨੋਟ ਕਰ ਲਓ ਬਾਈਂਡਿੰਗ એનર્ਜੀ ਆਫ ਨਿਊਕਲੀਅਸ to the number of nucleons inside it nucleons inside it ਹੁਣ ਆਪਣੇ ਕੋਲ ਨਿਊਕਲੀਅਨਸ ਕਿਹੜੇ ਨੇ ਕੋਈ ਵੀ ਪਾਰਟ ਜਿਹੜਾ ਨਿਊਕਲੀਅਸ ਦੇ ਵਿੱਚ ਹੈ ਉਸ ਨੂੰ ਆਪਾਂ ਕੀ ਕਹਾਂਗੇ ਨਿਊਕਲੀਅਨ ਕਹਾਂਗੇ ਠੀਕ ਹੈ ਤਾਂ ਇਸ 'ਚ ਆਪਣੇ ਕੋਲ ਨਿਊਟਰੋਨ ਵੀ ਆਣਗੇ ਇਸ 'ਚ ਆਪਣੇ ਕੋਲ ਪ੍ਰੋਟੋਨਸ ਵੀ ਆਣਗੇ ਸਿੰਪਲ ਤਾਂ ਚਾਹੇ ਪੌਜ਼ ਕਰਕੇ ਨੋਟ ਕਰ ਲਓ ਬਟ ਇੱਕ ਵਾਰ ਨੋਟ ਕਰ ਲਓ ਪ੍ਰੋਪਰਲੀ ਫਿਰ ਆਪਣੇ ਕੋਲ ਨੈਕਸਟ ਵਾਲਾ ਬਣੂਗਾ ਗ੍ਰਾਫ ਬਣੂਗਾ ਇਸ ਚੀਜ਼ ਦਾ ਬਾਈਂਡਿੰਗ એનર્ਜੀ ਵਰਸਸ ਮਾਸ ਨੰਬਰ ਦਾ ਜਿਸ ਨੂੰ ਆਪਾਂ ਨੰਬਰ ਆਫ ਨਿਊਕਲੀਅਨਸ ਵੀ ਕਹਾਂਗੇ next heading we have graph between binding energy per nucleon versus mass number तो बाइंडिंग एनर्जी पर न्यूक्लियन वर्सेस मास नंबर है ग्राफ देख लो ग्राफ कुछ इस टाइप का जाऊगा तो इतने अपने को बाइंडिंग एनर्जी पर न्यूक्लियन है मास नंबर कहता तो इतने अपने को मास नंबर है तो इतने अपने को एलिमेंट्स की रिप्रेजेंटेशन है अपने को एलिमेंट्स किहड़े-किहड़े ने इतने लिथियम है इतने हाइड्रोजन है सॉरी हीलियम है इतने अपने को आ गया बोरोन आ गया इतने कार्बन आ गया इतने नाइट्रोजन आ गया इतने ऑक्सीजन आ गया ठीक है तो ग्राफ ਨੂੰ ਧਿਆਨ ਨਾਲ ਦੇਖੋ ਸਭ ਤੋਂ ਉੱਤੇ ਜਾ ਰਿਹਾ ਆਇਰਨ ਵਾਲਾ ਜਿਹਦਾ ਮਾਸ ਨੰਬਰ ਕਿੰਨਾ 56 ਇਹਦਾ 16 ਇਹਦਾ 12 ਇਹਦਾ 14 ਇਹਦਾ 10 ਇਹਦਾ 4 ਲੀਥੀਅਮ ਦਾ ਕਿੰਨਾ 3 ਤਾਂ ਉਸ ਤੋਂ ਬਾਅਦ ਆਪਾਂ ਨੇ ਇਸ ਪਾਰਟਿਕੂਲਰ ਗ੍ਰਾਫ ਦੇ ਬੇਸ ਤੇ ਪੁਆਇੰਟਸ ਦੇਖਣੇ ਨੇ ਕਿ ਕਿਹੜੇ-ਕਿਹੜੇ ਪੁਆਇੰਟਸ ਤੇ ਸਟੇਬਿਲਿਟੀ ਡਿਪੈਂਡ ਕਰਦੀ ਹੈ ਤੇ ਉਹਨਾਂ ਨੂੰ ਕਿਵੇਂ ਆਪਾਂ ਨੇ ਸਟੱਡੀ ਕਰਨਾ ਹੈ ਤਾਂ ਧਿਆਨ ਨਾਲ ਦੇਖੀ ਚੱਲੋ ਤਾਂ ਆਪਣੇ ਕੋਲ ਇਸ ਦਾ ਹੈਡਿੰਗ ਬਣਦੀ ਹੈ ਕੰਕਲੂਜਨ ਠੀਕ ਹੈ ਪਹਿਲੀ ਹੈਡਿੰਗ ਕੀ ਸੀਗੀ ਗ੍ਰਾਫ ਬਿਟਵੀਨ ਗ੍ਰਾਫ ਡਰਾ ਕਰਨ ਤੋਂ ਬਾਅਦ ਕੀ ਲਿਖਾਂਗੇ ਆਪਾਂ ਕਿ ਉਸ ਦਾ ਰਿਜ਼ਲਟ ਕੀ ਮਿਲਿਆ ਕੰਕਲੂਜਨ ਕੀ ਹੈ ਹੁਣ ਧਿਆਨ ਨਾਲ ਦੇਖੋ ਜਿਹੜੇ ਇਸ ਜਿੰਨੀ ਜ਼ਿਆਦਾ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਹੋਊਗੀ ਉਨਾ ਆਪਣੇ ਕੋਲ ਐਟਮ ਸਟੇਬਲ ਹੋਊਗਾ ਜਿੰਨੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਘੱਟ ਹੋਊਗੀ ਉਨਾ ਉਹ ਅਨਸਟੇਬਲ ਹੋਊਗਾ ਤਾਂ ਜਿਹੜੇ ਕਾਫੀ ਲਾਈਟਰ ਨੇ ਉਹ ਆ ਵਾਲੇ ਏਰੀਆ 'ਚ ਨੇ ਤੇ ਕਾਫੀ ਹੈਵੀਅਰ ਰਾਈਟ ਸਾਈਡ ਏਰੀਆ 'ਚ ਨੇ ਤਾਂ ਆਪਣੇ ਕੋਲ ਫਰਸਟ ਕੰਕਲੂਜਨ ਕੀ ਬਣਦਾ ਹੈ ਕਿ ਜਿਹੜੇ ਸਭ ਤੋਂ ਜ਼ਿਆਦਾ ਹਲਕੇ ਨੇ ਤੇ ਜਿਹੜੇ ਕਾਫੀ ਹੈਵੀ ਨੇ ਦੋਨੇ ਸਾਰੇ ਕੀ ਆ ਆਪਣੇ ਕੋਲ ਉਹ ਕੀ ਹੈ ਆਪਣੇ ਕੋਲ ਕੰਪੈਰੀਟਿਵਲੀ ਲੈਸ ਸਟੇਬਲ ਹੈ ਤਾਂ ਆਪਣੇ ਕੋਲ ਕੀ ਬਣੂਗਾ
very light nuclei and very heavy nuclei. Heavy nuclei have less binding energy per nucleon, so they are less stable. तो ਕੀ ਆਪਣੇ ਕੋਲ less stable ਹੈ ਕਿਹੜੇ ਕਿ ਜਿਹੜੇ very heavy ਹੈ ਤੇ ਜਿਹੜੇ very ਹਲਕੇ ਨਿਊਕਲੀਆਈ ਨੇ ਉਹ ਕੀ ਹੈ ਬਾਈਂਡਿੰਗ એનર્ਜੀ ਘੱਟ ਹੈ ਪਰ ਨਿਊਕਲੀਅਨ ਜਿਸ ਚੱਕਰ ਚੋਂ ਕੀ ਆਪਣੇ ਕੋਲ less stable ਹੈ ਠੀਕ ਹੈ ਫਿਰ सेकंड पॉइंट बनता है कि जेडे एवरेज साइज न्यूक्लियस है वो की स्टेबल है क्योंकि जिवें आयरन हो गया एवरेज साइज हो गया है तो सेकंड बनता है द न्यूक्लियाई which are neither too light nor too heavy are more stable ज़्यादा स्टेबल है क्यों स्टेबल है बिकॉज उन्होंने बाइंडिंग एनर्जी पर न्यूक्लियन ज़्यादा है आर मोर स्टेबल बिकॉज they have more बाइंडिंग एनर्जी पर न्यूक्लियन ठीक है तो उन्होंने की है स्टेबिलिटी ज़्यादा क्योंकि उन्होंने बाइंडिंग एनर्जी पर न्यूक्लियन की है ज़्यादा है होर चीज़ ध्यान देखो कि जेडे अपने कोल हीलियम है फिर आ जाता कार्बन फिर आंदा ऑक्सीजन इन्हां दी बाइंडिंग एनर्जी उन्हां दे नेबरिंग नालों की है ज़्यादा है आर मोर स्टेबल या हैव मोर बाइंडिंग एनर्जी पर न्यूक्लियन than their neighboring atoms. Their theory चलूगी लिखी चलो neighboring atoms hence are more stable. इसलिए की है ज़्यादा stable है ठीक है सिंपल और क्या अपन ऑब्जर्व हो रहे हैं कि जेड़ा आयरन 56 है सब तो ज़्यादा स्टेबल है क्योंकि उसकी बाइंडिंग एनर्जी मैक्सिमम है आयरन 56 हैज़ maximum binding energy per nucleon hence it is more stable hence it is most stable in terms of radioactivity in terms of radioactivity ਤੇ ਇਸ ਦੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਆਪਣੇ ਕੋਲ ਨੂਮੈਰੀਕਲ ਵੈਲਿਊ ਹੈ 8.8 MeV पर न्यूक्लियन ठीक है तो अपने को न्यूमेरिकल वैल्यू कितनी है दैट इज 8.8 MeV दैट इज मेगा इलेक्ट्रॉन वोल्ट पर न्यूक्लियन सिंपल नोट कर लो हले एक लास्ट पॉइंट हैगा फिफ्थ पॉइंट फिर आप पैकिंग फ्रैक्शन डिस्कस करते है क्या थ्योरी हैगी लेंथी वीडियो ਨੂੰ पॉज करो चाहे फिर नोट करो जो कोई पॉइंट पेंडिंग है ਤਾਂ ਹਰੇਕ ਸਿਸਟਮ 'ਚ ਹਰੇਕ ਚੀਜ਼ ਟਰਾਈ ਕਰਦੀ ਹੈ ਮੈਕਸਿਮਮ ਸਟੇਬਿਲਿਟੀ ਵਾਸਤੇ ਮੈਕਸਿਮਮ ਸਟੇਬਿਲਿਟੀ ਦਾ ਮਤਲਬ ਕੀ ਬਣਦਾ ਹੈ ਕਿ ਉਹ ਮੈਕਸਿਮਮ ਸਟੇਬਲ ਤਾਂ ਹੋਊਗਾ ਜੇ ਉਸਦੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਜ਼ਿਆਦਾ ਹੋ ਤਾਂ ਆਪਣੇ ਕੋਲ ਜਿਹੜੇ ਲਾਈਟਰ ਨਿਊਕਲੀਆਈ ਨੇ ਇਹ ਉੱਪਰ ਨੂੰ ਸ਼ਿਫਟ ਕਰਨਗੇ ਕੰਬਾਈਨ ਹੋ ਕੇ ਕਿਉਂਕਿ ਜਦੋਂ ਇਹ ਮਾਸ ਨੰਬਰ ਵਧੂਗਾ ਤਾਂ ਇਹਨਾਂ ਦੀ ਬਾਈਂਡਿੰਗ એનર્ਜੀ ਵਧੂਗੀ ਸਿਮਿਲਰਲੀ ਜਿਹੜੇ ਕਾਫੀ ਹੈਵੀ ਨੇ ਨਿਊਕਲੀਆਈ ਉਹ ਕੀ ਕਰਨਗੇ ਉਹ ਸਪਲਿਟ ਕਰਨਗੇ ਟੁੱਟ ਕੇ ਉਹ ਘੱਟ ਐਟੋਮਿਕ ਨੰਬਰ ਚ ਕਨਵਰਟ ਕਰਨਗੇ ਜਿਸ ਨਾਲ ਉਹਨਾਂ ਦੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਵਧੂਗੀ ਤਾਂ ਆਪਣੇ ਕੋਲ ਇੱਕ ਵਰਡ ਹੁੰਦਾ ਹੈਗਾ ਫਿਜ਼ਨ ਚਲੋ ਇੱਥੇ ਦੇਖ ਲਓ ਪਹਿਲਾਂ ਇੱਕ ਹੁੰਦਾ ਹੈ ਫਿਜ਼ਨ ਇੱਕ ਹੁੰਦਾ ਹੈ ਫਿਊਜ਼ਨ ਤਾਂ ਫਿਜ਼ਨ ਦਾ ਮਤਲਬ ਹੁੰਦਾ ਸਪਲਿਟ ਕਰਨਾ ਇਹ ਨੋਟਬੁੱਕ ਤੇ ਟੌਪ ਤੇ ਨੋਟ ਕਰ ਲਓ ਚਾਹੇ ਸਪਲਿਟ ਕਰਨਾ ਫਿਊਜ਼ਨ ਦਾ ਮਤਲਬ ਹੁੰਦਾ ਕੰਬਾਈਨ ਕਰਨਾ ਹੁਣ ਆਬਵੀਅਸ ਹੀ ਗੱਲ ਹੈ ਜਿਹੜੇ ਹਲਕੇ ਲਾਈਟਰ ਨਿਊਕਲੀਆਈ ਹੋਣਗੇ ਉਹ ਕੀ ਕਰਨਗੇ ਕੰਬਾਈਨ ਕਰਨਗੇ ਤਾਂ ਉਹ ਕੀ ਹੋਊਗਾ ਫਿਊਜ਼ਨ ਹੋਊਗਾ ਫਿਊਜ਼ਨ ਹੋ ਕੇ ਉਹ ਬਾਈਂਡਿੰਗ એનર્ਜੀ ਵਧੂਗੀ ਜਿਹੜੇ ਹੈਵੀ ਹੋਣਗੇ ਉਹ ਕੀ ਕਰਨਗੇ ਸਪਲਿਟ ਕਰਨਗੇ ਉਹ ਕੀ ਕਰਨਗੇ ਫਿਜ਼ਨ ਕਰਨਗੇ ਤਾਂ ਆਪਣੇ ਕੋਲ ਪੁਆਇੰਟ ਕੀ ਬਣੂਗਾ ਵੈਰੀ ਹੈਵੀ ਨਿਊਕਲੀਆਈ ਜਿਵੇਂ ਯੂਰੇਨੀਅਮ ਤੋਂ ਬਾਅਦ ਵਾਲੇ ਸਟਾਰਟ ਹੁੰਦੇ ਨੇ ਅੰਡਰਗੋ ਫਿਜ਼ਨ ਤਾਂ ਟੁੱਟਣਗੇ ਐਂਡ ਵੈਰੀ ਲਾਈਟਰ ਨਿਊਕਲੀਆਈ ਇਹ ਕਿੱਥੇ ਕਰਨਗੇ ਅੰਡਰਗੋ ਫਿਊਜ਼ਨ ठीक है to become more stable ਤਾਂ ਜ਼ਿਆਦਾ ਸਟੇਬਲ ਹੋਣ ਵਾਸਤੇ ਉਹ ਕੀ ਕਰਨਗੇ
ਜਿਹੜੇ ਛੋਟੇ ਲਾਈਟਰ ਨੇ ਉਹ ਕੰਬਾਈਨ ਕਰਨਗੇ ਤਾਂ ਉਹ ਫਿਊਜ਼ ਕਰਨਗੇ, ਜਿਹੜੇ ਹੈਵੀ ਵਾਲੇ ਹੋਣਗੇ ਉਹ ਟੁੱਟਣਗੇ, ਉਸ ਨੂੰ ਕੀ ਕਹਾਂਗੇ ਆਪਾਂ ਸਪਲਿਟਿੰਗ ਕਹਿ ਸਕਦੇ ਹਾਂ ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਫਿਜ਼ਨ ਰਿਐਕਸ਼ਨ। ਤਾਂ ਜਿਹੜਾ ਆਪਣੇ ਕੋਲ ਯੂਰੇਨੀਅਮ ਦਾ ਹੁੰਦਾ ਉਹ ਫਿਜ਼ਨ ਹੁੰਦਾ, ਤਾਂ ਯੂਰੇਨੀਅਮ ਜਿਹੜਾ ਰੇਡੀਓਐਕਟਿਵ ਮਟੀਰੀਅਲ ਹੁੰਦਾ ਉਹ ਟੁੱਟ ਕੇ ਕ੍ਰਿਪਟੋਨ ਤੇ ਬੇਰੀਅਮ ਚ ਕਨਵਰਟ ਹੁੰਦਾ ਹੈ, ਸੋ ਦੈਟ ਉਸਦਾ ਮਾਸ ਘਟੇ ਤੇ ਉਹ ਜ਼ਿਆਦਾ ਸਟੇਬਲ ਹੋਵੇ। ਸਿੰਪਲ। ਤਾਂ ਆਪਣੇ ਕੋਲ ਨੈਕਸਟ ਨਿਊ ਟਰਮ ਆਉਂਦੀ ਹੈ that is ਪੈਕਿੰਗ ਫ੍ਰੈਕਸ਼ਨ। ਪੈਕਿੰਗ ਫ੍ਰੈਕਸ਼ਨ ਕੀ ਹੋਊਗਾ ਆਪਣੇ ਕੋਲ, ਆਪੋਜ਼ਿਟ ਹੋਊਗਾ ਬਾइंडिंग એનર્ਜੀ ਨਾਲੋਂ। ਤਾਂ ਜੇ ਨਹੀਂ ਨੋਟ ਹੋਇਆ ਪਿਛਲੇ ਵਾਲਾ ਤਾਂ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਲਓ, ਠੀਕ ਹੈ। ਤਾਂ ਪੈਕਿੰਗ ਫ੍ਰੈਕਸ਼ਨ ਕੀ ਹੈ, ਇਟ ਇਜ਼ ਦਾ ਰੇਸ਼ੋ ਆਫ, ਕਈ ਵਾਰ ਨੋਟ ਕਰਨਾ ਪਿੱਛੇ ਰਹਿ ਜਾਂਦੇ ਹੋ ਇਸ ਲਈ कहना है पॉज करके नोट कर लो, इट इज अ रेशियो ऑफ मास एक्सेस टू द मास नंबर या टू द नंबर ऑफ न्यूक्लियॉन्स। ਹੁਣ लॉजिक समझियो। ਤਾਂ पैकिंग फ्रैक्शन की बनू मास एक्सेस टू द नंबर ऑफ न्यूक्लियॉन्स, the number of न्यूक्लियंस में मास एक्सेस कितना होगा, एक्चुअल मास माइनस मास नंबर की अपने को थ्योरेटिकल मास है काइंड ऑफ, द एक्चुअल मास माइनस मास नंबर डिवाइड बाय नंबर ऑफ न्यूक्लियंस किस ਨਾਲ रिप्रेजेंट ਕਰਦੇ ਆ ਆਪਾਂ मास नंबर ਤੇ ਆਪਣੇ ਕੋਲ हेयर कैपिटल की है एक्चुअल मास है, ठीक है। स्टेप क्लियर। ਹੁਣ ਜਿਹੜਾ एक्चुअल मास ਹੁੰਦਾ ਹੈ ਉਹ ਥਿਓਰੈਟੀਕਲ ਮਾਸ ਤੋਂ ਲੈਸ ਹੁੰਦਾ ਹੈ ਜੇ ਸਟੇਬਿਲਿਟੀ ਹੈ। ਜੇ ਆਪਣੇ ਕੋਲ ਐਕਚੁਅਲ ਮਾਸ ਇਕੁਅਲ ਹੋਊਗਾ A ਦੇ ਤਾਂ ਆਟੋਮੈਟਿਕਲੀ ਦੈਟ ਵਿਲ ਬਿਕਮ ਅਨਸਟੇਬਲ। ਤਾਂ ਆਪਾਂ ਇੱਥੇ ਲਿਖਾਂਗੇ ਕਿ ਜਿੰਨਾ ਨੈਗੇਟਿਵ ਪੈਕਿੰਗ ਫ੍ਰੈਕਸ਼ਨ ਬਣੂਗਾ ਉਨੀ ਜ਼ਿਆਦਾ ਸਟੇਬਿਲਿਟੀ ਆਊਗੀ, ਠੀਕ ਹੈ। ਤਾਂ ਆਪਣੇ ਕੋਲ ਕੀ ਬਣੂਗਾ, smaller is the packing fraction, smaller is the packing fraction, more will be stability, smaller is the packing fraction, more will be stability, ठीक है। जिन्ना पैकिंग फ्रैक्शन छोटा होगा नेगेटिव च होगा उन्नी ज्यादा स्टेबिलिटी होगी, सिंपल। स्टेबिलिटी किसदी, न्यूक्लियस दी। फिर अपने को कुछ पॉइंट्स बन गए नोट करके लिखना, ठीक है। तो लिख लो, ऑक्सीजन 16 हैज 0 पैकिंग फ्रैक्शन बाय डेफिनेशन। द फर्स्ट पॉइंट आंदा कि ऑक्सीजन जेड़ा 16 मास नंबर आ ਉਹਦਾ, ठीक है, ਉਹਦੀ 0 पैकिंग फ्रैक्शन है बाय डेफिनेशन। नोट कर लो थ्योरी, हौली हौली चीज़ें सारी डिस्कस हो जानियां ने एंड क्लीयर तो होने चाहिए ने ਤੁਹਾਨੂੰ, आई होप ਤੇ समझ भी आनी चाहिए ने। तो अपने को सेकंड पॉइंट की बनता है, जे नेगेटिव हो पैकिंग फ्रैक्शन फिर स्टेबिलिटी हो, ठीक है। जे पॉजिटिव होगा फिर क्या होगा, अनस्टेबिलिटी होगा। तो अपने को बनता है वेरी लाइटर न्यूक्लियाई, वेरी लाइटर एंड वेरी हैवी न्यूक्लियाई। हैज पॉजिटिव पैकिंग फ्रैक्शन जिस नाल हो गया होंगे अनस्टेबल पैकिंग फ्रैक्शन। तो डायग्राम च विजिबल होना चाहिए कि जेडे वेरी लाइटर ने वो अनस्टेबल ने, जेडे वेरी हैवी ने वो अनस्टेबल ने, बिकॉज उन्होंने बाइंडिंग एनर्जी घट है, उन्होंने पैकिंग फ्रैक्शन पॉजिटिव है, हैंस दे आर अनस्टेबल, हैंस दे आर अनस्टेबल, ठीक है। नेक्स्ट पॉइंट देख लो, थर्ड पॉइंट है, थर्ड पॉइंट अपने को बनता है कि जेड़ा एवरेज साइज न्यूक्लियाई है, एवरेज साइज न्यूक्लियाई हैज नेगेटिव पैकिंग फ्रैक्शन। ये नेगेटिव पैकिंग फ्रैक्शन है, सो की होंगे वो, दे आर स्टेबल, दे आर मोर स्टेबल। नेगेटिव पैकिंग फ्रैक्शन है तो किया हो
ज़्यादा स्टेबल है। सिंपल। तो अपने को 3 पॉइंट्स हो गए पैकिंग फ्रैक्शन के करस्पॉन्डिंग। पैकिंग फ्रैक्शन की ਚੱਲੂਗਾ ਇਹ ਬਾਈਂਡਿੰਗ એનર્ਜੀ ਦੇ ਆਪੋਜ਼ਿਟ ਚੱਲੂਗਾ। ਜੇ ਪੈਕਿੰਗ फ्रैक्शन की नेगेटिव है ਤਾਂ ਕੀ ਹੈ स्टेबल है सिस्टम न्यूक्लियस। जे पैकिंग फ्रैक्शन पॉजिटिव है तो सिस्टम की हो जाएगा अनस्टेबल हो जाएगा। ठीक है। नैक्सट अपने को हैडिंग बनती है कि जे किसी सिस्टम ने न्यूक्लियस ने वो बनना है स्टेबल होना है तो वो वास्ते केड़ी केड़ी चीज़ें जरूरी है। तो हैडिंग भी है फैक्टर्स टू डिटरमाइन द स्टेबिलिटी ऑफ न्यूक्लियस। तो न्यूक्लियस की स्टेबिलिटी डिटरमाइन करने वास्ते अपने को केड़े फैक्टर्स होंगे। तो फर्स्ट हो जाएगा बाइंडिंग एनर्जी पर न्यूक्लियन की होनी चाहिए मैक्सिमम होनी चाहिए शुड बी मोर शुड बी आई। सब तो पहले यही टर्म सी कि जो बाइंडिंग एनर्जी पर न्यूक्लियन ज्यादा हो फिर सेकंड पैकिंग फ्रैक्शन नेगेटिव हो जाता है। पैकिंग फ्रैक्शन शुड बी नेगेटिव। थर्ड आ जाता है न्यूट्रॉन टू प्रोटॉन रेशियो। न्यूट्रॉन टू प्रोटॉन रेशियो should be close to 1। ठीक है। फोर्थ पॉइंट की बंदा अपने को कि जेड़ा न्यूक्लियाई ध्यान नाल देखो न्यूक्लियाई हैविंग even number of protons and neutrons are comparatively more stable। तो डायग्राम च देखो हुण तो तुहानूं पता लगू कि डायग्राम इन्हें डिलीट क्यों नहीं की। डायग्राम च देखो कि जेडे अपने कोल हीलियम है हीलियम च 2 प्रोटोन ने 2 न्यूट्रॉन ने। लीथियम दे विच 3 प्रोटोन ने नहीं लीथियम दे विच मास नंबर 6 हुंदा है। मैं गलत लिखिया इत्थे करैक्शन कर लो 6 आने से 3 तो 3 अपने कोल की होंगे प्रोटोन ते 3 होंगे न्यूट्रॉन। तो हीलियम ईवन नंबर है इस तो स्टेबल है। कार्बन च ईवन नंबर है स्टेबल है एज कंपेयर टू बोरोन। ऑक्सीजन च ईवन नंबर ने अपने को 8 हो गए। नाइट्रोजन च ऑड नंबर है 7 केड़ी चीज प्रोटोन है न्यूट्रॉन तो ये अपने को ज्यादा स्टेबल है। ठीक है। स्टेप क्लीयर सारे तो ये हो गया अपने को प्रॉपर्टीज या फैक्टर्स डिटरमाइन द स्टेबिलिटी ऑफ द एटम। हुण इसनूं पॉज करो वीडियो नूं ते वाला नोट करो प्रॉपरली जिसका जो रह गया नोट कर लो। ठीक है। पॉज करके मैं बार बार कह रहा पॉज करके नोट करो जे पीछे रह गए। फिर नेक्स्ट वी हैव रेडियो एक्टिविटी। रेडियो एक्टिविटी हुण स्टैप समझियो कि ਆਪਾਂ ਨੇ ਕੀਤਾ ਸੀ ਜਿਹੜੀ ਆਪਣੇ ਕੋਲ ਫੋਰਸਿਸ ਹੁੰਦੀਆਂ ਨਿਊਕਲੀਅਰ ਫੋਰਸਿਸ ਉਹ ਸ਼ਾਰਟ ਰੇਂਜ ਫੋਰਸਿਸ ਹੈ। ਉਹਨਾਂ ਦੀ ਇੱਕ ਲਿਮਿਟ ਹੈ ਕਿ ਮਤਲਬ ਉਹ ਆਪਣੇ ਨਿਊਕਲੀਅਸ ਨੂੰ ਇੱਕ ਲਿਮਿਟ ਤੱਕ ਫਿਲ ਕਰ ਸਕਦੇ ਆ ਨਿਊਟਰੋਨ ਤੇ ਪ੍ਰੋਟੋਨ। ਜਦੋਂ ਇਹਦੀ ਲਿਮਿਟ ਕ੍ਰਾਸ ਹੋ ਜਾਂਦੀ ਹੈ ਤਾਂ ਉਸ ਮੂਵਮੈਂਟ ਤੇ ਇਹ ਬਣ ਜਾਂਦਾ ਅਨਸਟੇਬਲ। ਜਦੋਂ ਇਹ ਅਨਸਟੇਬਲ ਬਣ ਜਾਂਦਾ ਹੈ ਇਹ ਸਟਾਰਟ ਕਰ ਦਿੰਦਾ ਹੈ ਪਾਰਟੀਕਲਸ ਨੂੰ ਬਾਹਰ ਗੇਰਨਾ ਪਾਰਟੀਕਲਸ ਨੂੰ ਬਾਹਰ ਥਰੋ ਕਰਨਾ ਸਟਾਰਟ ਕਰ ਦਿੰਦਾ ਹੈ। ਕਿਹੜੇ ਪਾਰਟੀਕਲਸ ਅਲਫਾ ਬੀਟਾ ਗਾਮਾ ਪਾਰਟੀਕਲਸ ਨੂੰ। ਤੇ ਜਦੋਂ ਇਹ ਪਾਰਟੀਕਲਸ ਨੂੰ ਬਾਹਰ ਥਰੋ ਕਰਦਾ ਹੈ ਤੇ ਇਸ ਮੈਥਡ ਨੂੰ ਕੀ ਕਹਿੰਦੇ ਰੇਡੀਓ ਐਕਟੀਵਿਟੀ। ਸਟੇਟਮੈਂਟ ਸਾਰੀ ਦਿਖਾਉਂਗਾ ਤੇ ਇਸ ਰੇਜ਼ ਨੂੰ ਕੀ ਕਹਿੰਦੇ ਰੇਡੀਏਸ਼ਨਸ। ਤਾਂ ਕੰਟੀਨਿਊਸਲੀ ਉਹ ਸ਼ਾਈਨ ਕਰਦਾ ਰਹਿੰਦਾ ਮਟੀਰੀਅਲ ਜਿਹੜੇ ਆਪਣੇ ਕੋਲ ਰੇਡੀਓ ਐਕਟਿਵ ਹੁੰਦੇ ਆ। ਹੁੰਦਾ ਕੀ ਹੈ ਕਿ ਨਿਊਕਲੀਅਸ ਉਹਨਾਂ ਦਾ ਅਨਸਟੇਬਲ ਹੁੰਦਾ ਜਿਸ ਚੱਕਰ 'ਚ ਕੰਟੀਨਿਊਸਲੀ એનર્ਜੀ ਇਮਿਟ ਕਰਦਾ ਹੈ। ਤੇ ਕਿਉਂ ਕਰਦਾ ਹੈ ਕਿਉਂਕਿ ਉਹਨਾਂ ਦੀ ਬਾਈਂਡਿੰਗ એનર્ਜੀ ਘੱਟ ਹੈ ਉਹਦੀ ਕੈਪੈਸਿਟੀ ਖਤਮ ਹੋ ਚੁੱਕੀ ਹੈ। ਤਾਂ ਆਪਣੇ ਕੋਲ ਰੇਡੀਓ ਐਕਟੀਵਿਟੀ ਸਭ ਤੋਂ ਪਹਿਲਾਂ ਨੋਟ ਕਰੋ ਨੋਟਬੁੱਕ ਤੇ ਟੌਪ ਤੇ ਪਹਿਲਾਂ ਵੀ ਕਰਾਇਆ ਸੀ ਕਿ ਆਪਣੇ ਕੋਲ ਅਲਫਾ ਰੇਜ਼ ਕੀ ਹੋਣਗੀਆਂ। ਇਹ ਹੁੰਦਾ ਹੈ ਨਿਊਕਲੀਆਈ ਆਫ ਹੀਲੀਅਮ ਐਟਮ। ਤਾਂ ਹੀਲੀਅਮ 24 ਪੋਜ਼ਿਟਿਵ ਹੁੰਦਾ ਹੈ। ਜੇ ਇਹਦੇ ਵਿੱਚੋਂ 2 ਇਲੈਕਟ੍ਰੋਨ ਬਾਹਰ ਕੱਢ ਦਈਏ ਤਾਂ ਆਪਣੇ ਕੋਲ ਕੀ ਬਚੂ ਨਿਊਕਲੀਆਈ ਆਫ ਹੀਲੀਅਮ ਬਚੂ। ਬੀਟਾ ਰੇਜ਼ ਕੀ ਹੋਣਗੀਆਂ ਜਿਹੜੀਆਂ ਇਲੈਕਟ੍ਰੋਨ ਨਿਊਕਲੀਅਸ ਐਮਿਟ ਕਰੂਗਾ। ਜਿਹੜਾ ਇਲੈਕਟ੍ਰੋਨ ਨਿਊਕਲੀਆਈ ਐਮਿਟ ਕਰੂਗਾ ਉਹ ਕੀ ਆਪਣੇ ਕੋਲ ਬੀਟਾ ਰੇ। ਗਾਮਾ ਰੇਜ਼ ਕੀ ਹੋਣਗੀਆਂ ਆਪਣੇ ਕੋਲ ਸਿਰਫ ਤੇ ਸਿਰਫ એનર્ਜੀ ਰੇਜ਼ ਹੋਣਗੀਆਂ ਇਹਨਾਂ 'ਚ ਕੋਈ ਮਾਸ ਨਹੀਂ ਹੁੰਦਾ। એનર્ਜੀ ਰੇਜ਼ ਕਿਹੜੀ ਹੁੰਦੀਆਂ ਨੇ ਜਦੋਂ ਆਪਣੇ ਕੋਲ ਇਲੈਕਟ੍ਰੋਨ ਜੰਪ ਕਰਦਾ ਜਾਂ ਅਲਫਾ ਪਾਰਟੀਕਲ ਬਾਹਰ ਨਿਕਲਦਾ ਹੈ
ਤਾਂ ਉਸ ਮੂਵਮੈਂਟ ਦੀ એનર્ਜੀ ਵੀ ਐਮਿਟ ਹੁੰਦੀ ਹੈ, ਉਸ ਨੂੰ ਆਪਾਂ ਕਹਾਂਗੇ ਗਾਮਾ ਰੇਜ਼। ਡਿਟੇਲ 'ਚ ਬਾਅਦ 'ਚ ਡਿਸਕਸ ਕਰਾਂਗੇ। ਹਾਲੇ ਤੁਸੀਂ ਕੀ ਕਰੋ, ਆਹ ਚੀਜ਼, ਆਹ ਵਾਲਾ ਜਿਹਨੂੰ ਹਾਈਲਾਈਟ ਕੀਤਾ ਇਸ ਨੂੰ ਨੋਟਬੁੱਕ ਤੇ ਟੌਪ ਤੇ ਨੋਟ ਕਰੋ। ਫਿਰ ਆਪਣੇ ਕੋਲ ਆਉਂਦੀ ਹੈ ਥਿਊਰੀ। ਥਿਊਰੀ ਕੀ ਕਹਿੰਦੀ ਹੈ? the phenomena of emission of radiations, the phenomena of emission of radiations from the nuclei of certain materials। ਤਾਂ ਹਮੇਸ਼ਾ ਧਿਆਨ ਰੱਖਣਾ ਹੈ ਕਿ ਜਿਹੜੇ ਪਾਰਟੀਕਲਸ ਅਲਫਾ ਬੀਟਾ ਗਾਮਾ ਨਿਕਲਦੇ ਨੇ ਸਿਰਫ ਨਿਊਕਲੀਅਸ ਚੋਂ ਨਿਕਲਣੇ ਨੇ, ਨਿਊਕਲੀਆਈ ਆਫ ਸਰਟਨ ਮਟੀਰੀਅਲਸ। 15-20 ਮਿੰਟ ਦਾ ਕੰਮ ਹੈ ਥਿਊਰੀ ਲਿਖਣੀ ਹੈ, ਹੁਣ ਸਿਰਫ ਹੋਰ ਕੁਝ ਨਹੀਂ ਹੈ। ਅਲਫਾ ਬੀਟਾ ਗਾਮਾ ਦੀ ਆਪਣੇ ਕੋਲ ਪ੍ਰੋਪਰਟੀਜ਼ ਨੇ, ਠੀਕ ਹੈ। ਮਟੀਰੀਅਲਸ ਇਜ਼ ਕਾਲਡ ਰੇਡੀਓਐਕਟਿਵਿਟੀ, is called radioactivity, and the radiations contains alpha beta and gamma rays। the radiations ਕੀ ਹੁੰਦਾ ਹੈ? alpha beta gamma rays ਹੁੰਦੀਆਂ ਨੇ, ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਅਲਫਾ ਬੀਟਾ ਗਾਮਾ ਦੀ ਪ੍ਰੋਪਰਟੀਜ਼ ਹੋ ਜਾਣਗੀਆਂ। ਪ੍ਰੋਪਰਟੀਜ਼ ਨਾਲ ਸਾਰਾ ਕੁਝ ਕਲੀਅਰ ਹੋ ਜਾਊਗਾ। ਸਭ ਤੋਂ ਪਹਿਲਾਂ ਕੀ ਆ ਜੋ ਆਪਣੇ ਕੋਲ ਪ੍ਰੋਪਰਟੀਜ਼ ਆਫ ਅਲਫਾ ਬੀਟਾ ਐਂਡ ਗਾਮਾ। ਤਾਂ ਸਭ ਤੋਂ ਪਹਿਲਾਂ ਕੀ ਬਣੂ? ਅਲਫਾ ਰੇਜ਼। ਤਾਂ ਇਹਦੇ 12-13 ਪੁਆਇੰਟਸ ਨੇ, ਤਿੰਨਾਂ ਦੇ 12-13 ਪੁਆਇੰਟਸ ਹੋਣਗੇ। ਤਾਂ ਅਲਫਾ ਰੇ ਦੇਖੋ ਕੀ ਬਣਦਾ ਆਪਣੇ ਕੋਲ, ਹੁਣੀ ਦੱਸਿਆ, ਇਟ ਇਜ਼ just a helium nuclei, it is just a helium nuclei। ਤਾਂ ਕੀ ਹੈ ਆਪਣੇ ਕੋਲ? ਸਿਰਫ ਹੀਲੀਅਮ ਦਾ ਨਿਊਕਲੀਆਈ ਹੈ। ਕੀ ਚੀਜ਼? ਅਲਫਾ ਪਾਰਟੀਕਲ। ਜੇ ਹੀਲੀਅਮ ਦਾ ਨਿਊਕਲੀਆਈ ਹੈ ਤਾਂ ਉਸੇ ਚਾਰਜ ਕੀ ਹੈ? 2 ਪੋਜ਼ਿਟਿਵ। ਦੇ ਕੈਰੀ ਚਾਰਜ ਆਫ 2e positive। 2e positive कितना हुआ? 2 into 1.6 10 इज पावर -19 कूलम। फिर ਉਹਦਾ मास कितना हुआ? they have mass of 4 AMU, ठीक है। ਹੁਣ ਜੇ ਇਸ ਤੇ ਚਾਰਜ ਹੈ ਤਾਂ ਇਹ ਕੀ ਕਰੂ? ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਚ ਡਿਫਲੈਕਟ ਵੀ ਹੋਊ। ਤਾਂ they got deflected by electric and magnetic field। ਤਾਂ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਦੇ ਡਿਫਲੈਕਟ ਵੀ ਹੁੰਦੇ ਨੇ, ਸਿੰਪਲ। ਹੁਣ ਜੇ ਉਹ ਡਿਫਲੈਕਟ ਵੀ ਹੋ ਰਹੇ ਨੇ ਤਾਂ ਉਹਨਾਂ ਦੀ ਸਪੀਡ ਦੇਖਾਂਗੇ। their speed varies from 1.4 10 is per 7 meter per second to 2.2 10 is per 7 meter per second। ਤਾਂ ਆਪਣੇ ਕੋਲ ਕਿੰਨੀ ਹੋ ਗਈਆਂ? 5 ਪ੍ਰੋਪਰਟੀਜ਼ ਹੋ ਗਈਆਂ। ਸਿੰਪਲ ਪ੍ਰੋਪਰਟੀਜ਼ ਨੇ, ਈਜ਼ੀ ਪੋਰਸ਼ਨ ਹੈ, ਧਿਆਨ ਨਾਲ ਸਮਝੀ ਚੱਲੋ। ਸਿਰਫ ਨੋਟ ਕਰਨੇ ਨੇ। ਜੇ ਤੁਸੀਂ 10 ਪ੍ਰੋਪਰਟੀਜ਼ ਲਿਖੋਗੇ ਐਟਲੀਸਟ 5 ਤਾਂ ਤੁਹਾਡੇ ਮਾਈਂਡ 'ਚ ਰਹਿਣਗੀਆਂ ਰਹਿਣਗੀਆਂ ਨਾ। ਸਿੰਪਲ ਨੇ, ਕੋਈ ਔਖੀਆਂ ਨਹੀਂ ਹੈਗੀਆਂ। 5 ਪੁਆਇੰਟ ਹੋ ਗਏ। ਸਪੀਡ ਵਾਲਾ ਆ ਗਿਆ। ਫਿਰ ਆਪਣੇ ਕੋਲ ਪੁਆਇੰਟ ਆ ਜਾਊਗਾ ਜਦੋਂ ਇਹ ਮੂਵ ਕਰਦੇ, their range is few centimeters because heavy particle है, ठीक है। फिर अंदर they have highest ionizing power। ਆਇਨਾਈਜ਼ਿੰਗ ਕੀ ਹੁੰਦਾ ਕਿ ਜਦੋਂ ਇਹ ਖੁਦ ਹੈਵੀ ਪਾਰਟੀਕਲ ਹੈ, ਖੁਦ ਹੈਵੀ ਚਾਰਜ ਹੈ, ਤਾਂ ਜਿਹੜਾ ਮੀਡੀਅਮ ਹੋਊਗਾ ਜਿਸ ਚੋਂ ਪਾਸ ਕਰੂ, ਜਿਹੜੇ ਪਾਰਟੀਕਲਸ ਨਾਲ ਟੱਚ ਕਰੂ ਉਹਨਾਂ ਨੂੰ ਸਟਰੋਂਗਲੀ ਇਹ ਆਇਨਾਈਜ਼ ਕਰ ਦੂਗਾ, ਉਹਨਾਂ ਦੇ ਇਲੈਕਟ੍ਰੋਨਸ ਨੂੰ ਮੂਵ ਕਰ ਦੂਗਾ, ਠੀਕ ਹੈ। ਹੈਵੀ ਹੈ ਤਾਂ ਉਹਨਾਂ ਦੀ ਪੈਨੀਟ੍ਰੇਸ਼ਨ ਪਾਵਰ ਘੱਟ ਹੈ। ਦੇ ਹੈਵ ਲੀਸਟ ਪੈਨੀਟ੍ਰੇਟਿੰਗ ਪਾਵਰ।
ਤਾਂ ਪੈਨੀਟ੍ਰੇਟਿੰਗ ਪਾਵਰ ਘੱਟ ਹੈ। ਪੈਨੀਟ੍ਰੇਟਿੰਗ ਕੀ ਹੁੰਦਾ, ਆਪਾਂ ਨੇ ਕਿਸੇ ਚੀਜ਼ 'ਚ ਵੜਨਾ, ਜਿਵੇਂ ਪਾਣੀ ਆਪਣਾ ਬਾਰਿਸ਼ ਦੇ ਵਿੱਚ ਕਈ ਵਾਰ ਛੱਤਾਂ ਤੋਂ ਸੀਪ ਕਰਦਾ ਹੈ, ਤਾਂ ਉਸਨੂੰ ਆਪਾਂ ਕਹਿੰਦੇ ਹਾਂ ਪੈਨੀਟ੍ਰੇਸ਼ਨ ਕਹਿੰਦੇ ਹਾਂ। ਡਰਿਲ ਲੈ ਕੇ ਆਪਾਂ ਦੀਵਾਰ ਦੇ ਵਿੱਚ ਹੋਲ ਕਰਦੇ ਹਾਂ, ਤਾਂ ਹੋਲ ਕਰਨ ਨੂੰ ਆਪਾਂ ਕਹਿੰਦੇ ਹਾਂ ਪੈਨੀਟ੍ਰੇਟ ਕੀਤਾ, ਕਿਸੇ ਚੀਜ਼ ਦੇ ਵਿੱਚ ਵੜਨਾ। ਠੀਕ ਹੈ, ਤਾਂ ਇਸ ਦੇ ਵਿੱਚ ਚਾਰਜ ਵੀ ਹੋਊਗਾ, ਤਾਂ ਉਹ ਫੋਟੋਗ੍ਰਾਫਿਕ ਪਲੇਟ ਨੂੰ ਅਫੈਕਟ ਕਰਦੇ, ਤੇ ਅਫੈਕਟ ਫੋਟੋਗ੍ਰਾਫਿਕ ਪਲੇਟ, ਤਾਂ ਫੋਟੋਗ੍ਰਾਫਿਕ ਪਲੇਟ ਨੂੰ ਇਫੈਕਟ ਕਰਦੇ ਆ। ਠੀਕ ਹੈ, ਹੋਰ ਕੀ ਹੁੰਦਾ ਹੈ? ਤੇ ਜਦੋਂ ਕਿਸੇ ਮੈਟਲ ਤੇ ਜਿਵੇਂ ਜ਼ਿੰਕ ਸਲਫਾਈਡ ਦੀ ਕੋਟਿੰਗ ਦੀ ਸਟ੍ਰਾਈਕ ਕੀਤਾ ਸੀ, ਤਾਂ ਗ੍ਰੀਨ ਫਲੋਰਸੈਂਸ ਪ੍ਰੋਡਿਊਸ ਕਰਦੇ ਸੀ, ਸੇਮ ਚੀਜ਼ ਹੈ। ਦੇ ਪ੍ਰੋਡਿਊਸ fluorescence on certain metals ਜਾਂ materials ਕਹਿ ਦਿੰਦੇ ਆ, on certain materials ਮਤਲਬ ਕਲਰ ਪ੍ਰੋਡਿਊਸ ਕਰਨਗੇ। ਫਿਰ ਜੇ ਉਹ ਸਕਿਨ ਨੂੰ ਟੱਚ ਕਰੂ ਤਾਂ ਬਰਨਸ ਕਾਜ਼ ਕਰੂ, ਤੇ ਕਾਜ਼ ਬਰਨਸ on human skin, human skin ਤੇ ਕੀ ਕਰਦਾ ਹੈ, ਬਰਨਸ ਕਾਜ਼ ਕਰਦਾ ਹੈ। ਠੀਕ ਹੈ, ਹੋਰ ਕੀ ਹੈ? they produce heating effect on the surface of metal on which they fall, metal ਨੂੰ ਗਰਮ ਕਰ ਦੇਣਗੇ ਜਿਸ ਤੇ alpha particles strike ਕਰਨਗੇ। they produce heating effect on the metal on which they fall, ਜਿਸ ਤੇ strike ਕਰਨਗੇ ਉਤੇ heating effect produce ਕਰਨਗੇ। ਠੀਕ ਹੈ, ਹੋਰ ਕੀ ਹੈ ਕਿ ਜਦੋਂ ਅਲਫਾ ਪਾਰਟੀਕਲਸ ਗੋਲਡ ਫਾਈਲ ਚੋਂ ਸਟ੍ਰਾਈਕ ਕਰਦੇ ਆ ਤਾਂ ਮੈਕਸਿਮਮ ਅਨਡੇਵੀਏਟਡ ਜਾਂਦੇ ਨੇ, ਕਾਫੀ ਥੋੜੇ ਹੁੰਦੇ ਨੇ ਜੋ ਕੁਝ ਐਂਗਲ ਤੋਂ ਬੈਂਡ ਕਰਦੇ ਨੇ। ਤਾਂ ਨੈਕਸਟ ਪੁਆਇੰਟ ਆਪਣੇ ਕੋਲ ਬਣਦਾ ਹੈ, when alpha particles pass through gold foil, most of it go undeviated and only some got deviated by more than 90 ਡਿਗਰੀ। ਹੁਣ ਮੇਰੀ ਲਿਖਣ ਦੀ ਥੋੜੀ ਸਪੀਡ ਮੇਰੇ ਹਿਸਾਬ ਨਾਲ ਜ਼ਿਆਦਾ ਹੈ। ਠੀਕ ਹੈ, ਤਾਂ ਤੁਸੀਂ ਕੀ ਕਰੋ, ਸਿਰਫ ਤੇ ਸਿਰਫ ਵੀਡੀਓ ਨੂੰ ਪੌਜ਼ ਕਰੋ ਤੇ ਉਸ ਤੋਂ ਬਾਅਦ ਇਸ ਦੀ ਪ੍ਰੋਪਰਲੀ ਨੋਟ ਕਰੋ। ਠੀਕ ਹੈ, ਇਹ ਆਪਣੇ ਕੋਲ ਹੋ ਗਿਆ 13 ਪੁਆਇੰਟਸ ਹੋ ਗਏ, these are the properties of alpha particles। ਸਿਮਿਲਰਲੀ ਆਪਣੇ ਕੋਲ 10 ਪ੍ਰੋਪਰਟੀਜ਼ ਨੇ ਬੀਟਾ ਦੀਆਂ ਐਂਡ 11-12 ਪ੍ਰੋਪਰਟੀਜ਼ ਨੇ ਗਾਮਾ ਰੇਜ਼ ਦੀਆਂ। ਤਾਂ ਸਿੰਪਲ ਨੇ, ਕੋਈ ਟਿਪੀਕਲ ਨਹੀਂ ਹੈ, ਈਜ਼ੀ ਪੋਰਸ਼ਨ ਹੈ। ਤਾਂ ਸੈਕਿੰਡ ਵੀ ਹੈਵ ਬੀਟਾ ਰੇਜ਼। ਤਾਂ ਬੀਟਾ ਪਾਰਟੀਕਲਸ ਹੋਣਗੇ, ਬੀਟਾ ਰੇਜ਼ ਕਹਿ ਸਕਦੇ ਜੋ ਮਰਜੀ ਕਹਿ ਸਕਦੇ ਆ। ਤਾਂ ਬੀਟਾ ਪਾਰਟੀਕਲਸ ਕਿਹੜੇ ਹੁੰਦੇ ਨੇ? ਇਟ ਇਜ਼ fast moving electron emitted by nucleus। ठीक है, फास्ट मूविंग इलेक्ट्रॉन है जो न्यूक्लियस एमिट करता है। तो चार्ज कितना है? -1। दे कैरी charge of -1 e, that is 1.6 × 10⁻⁹ कूलम। ठीक है, तो उन्होंने चार्ज कितना है? -1 e। रेस्ट मास कितना है? इलेक्ट्रॉन the equal, their rest mass is equal to mass of electron, equal to mass of electron, that is 9.1 × 10⁻31 kg। ਸਿੰਪਲ। ਤਾਂ ਨੈਕਸਟ ਆਪਣੇ ਕੋਲ ਕੀ ਬਣਦਾ ਹੈ, ਜਿਵੇਂ ਆਪਾਂ ਨੇ ਪਿਛਲੇ ਪੁਆਇੰਟਸ ਲਿਖੇ ਸੇਮ ਚੱਲੂਗਾ। ਰੈਸਟ ਮਾਸ ਕਿੰਨਾ ਹੈਗਾ ਤੇ ਚਾਰਜ ਹੈਗਾ, ਤਾਂ ਉਹ ਡਿਫਲੈਕਟ ਹੋਣਗੇ। ਤੇ ਗॉट deflected in electric and magnetic field। तो इलेक्ट्रिक ਤੇ मैग्नेटिक फील्ड ਚ डिफलेक्ट भी होंगे बिकॉज
उससे चार्ज है। सिंपल। फिर अपने को पॉइंट आंदा है कि देयर स्पीड कितनी होगी, देयर स्पीड वेरीज फ्रॉम 33% to 99% ऑफ सी। ਤੇ c ਕਿੰਨਾ ਹੁੰਦਾ ਹੈ 3 into 10⁸ मीटर पर सेकंड। सिंपल। स्पीड वेरी करती है, ਹੁਣ ਇਹਨਾਂ ਦੀ रेंज ज़्यादा होगी, their range is in few meters, the range की है few meters है। ठीक है, सिंपल 6 पॉइंट्स हो गए। फिर आयनाइजिंग पावर लेस हो क्योंकि हल्के पार्टिकल्स है, सिंगल चार्ज है। their ionizing power is less किहदे कंपैरिजन च, अल्फा पार्टिकल के कंपैरिजन च। ठीक है, फिर पेनिट्रेटिंग पावर ज़्यादा होगी, देयर पेनिट्रेटिंग पावर इज मोर देन अल्फा पार्टिकल, क्योंकि पतले पार्टिकल ने छोटे पार्टिकल ने स्पीड ज़्यादा है तो ये ज़्यादा दूर तक जाएंगे। ठीक है, तो चार्ज है तो फोटोग्राफिक प्लेट में इफेक्ट करेंगे, दे अफेक्ट फोटोग्राफिक प्लेट, तो फोटोग्राफिक प्लेट में इफेक्ट करता। और की करूँगा, फ्लोरोसेंस भी प्रोड्यूस करने क्योंकि की है ये चार्ज कंटेन कर रहे हैं। तो नेक्स्ट पॉइंट जो बनता है फ्लोरोसेंस वाला बनता है, पॉइंट इज दे प्रोड्यूस fluorescence in certain materials, in certain materials। तो ये अपने को की हो गए कंप्लीट पॉइंट्स हो गए बीटा रेज दे। तो मेरी थोड़ी जी स्पीड जे ज़्यादा लगे तो बार बार कह रहे हैं वीडियो ਨੂੰ पॉज करो तो नोट करो। ठीक है, पॉइंट्स ने सिंपल ने, कोई औखे औखे पॉइंट्स नहीं है। होप पॉइंट्स क्लियर होंगे। नेक्स्ट वी हैव गामा रेज। तो गामा रेज की होगा, ये सिर्फ एनर्जी रेज नहीं, इट इज जस्ट एन EM वेव जिसते कोई चार्ज नहीं होता, जिसका कोई मास नहीं होता। ठीक है, तो उन्होंने कोई चार्ज नहीं है, दे डोंट हैव एनी चार्ज। जे चार्ज कोई नहीं है तो डिफ्लेक्ट नहीं होगा, दे डू नॉट डिफ्लेक्ट इन इलेक्ट्रिक फील्ड एंड मैग्नेटिक फील्ड। जे फिर मास भी नहीं, दे डोंट हैव एनी मास, या लिखांगे इट्स रेस्ट मास इज जीरो। तो 4 पॉइंट तो एवं ही हो गए बेचारे इन्नी स्पीड से कि ना तो इन्हों मास है ना तो चार्ज है। जो चार्ज नहीं है तो वो रोटेट नहीं करूगा, मतलब मूव नहीं करूगा किस च, इलैक्ट्रिक ते मैग्नेटिक फील्ड दे विच। सिंपल। फिफ्थ पॉइंट की बंदा अपने को, दे ट्रैवल विद द स्पीड ऑफ लाइट बिकॉज ये ऑलरेडी EM वेव है, विद स्पीड ऑफ लाइट। तो लाइट की स्पीड से मूव करता है। होर की इस च रेंज ज़्यादा है, दे हैव वेरी हाई रेंज, रेंज ज़्यादा है, पेनिट्रेटिंग पावर ज़्यादा है, आयनाइजिंग है ही नहीं क्योंकि इससे चार्ज ही नहीं है।
they have most penetrating power, और की या आयनाइजिंग पावर नहीं है, they have least ionizing पावर। ठीक है, फिर क्या हुआ कि वो फोटोग्राफिक प्लेट में इफेक्ट करने ने, दे अफेक्ट फोटोग्राफिक प्लेट, तब फोटोग्राफिक प्लेट में इफेक्ट करते ने ते वो फ्लोरोसेंस भी प्रोड्यूस करते ने, दे प्रोड्यूस फ्लोरोसेंस on certain materials, कुछ materials होते फ्लोरोसेंस भी प्रोड्यूस करनगे। दस पॉइंट हो गया अपने को, ठीक है। 11वां पॉइंट की करता है अपने को कि यह न्यूक्लियर रिएक्शंस भी कॉज कर देने, दे कैन कॉज न्यूक्लियर reactions in certain materials। फिर की है कि वो किसी भी मेटल की सरफेस तो इलेक्ट्रॉन्स को बाहर कट सकते हैं, they can knock out electron from material surface of any metal on which they fall, on which they fall। तो जिस मटीरियल सरफेस से फॉल करते ने मैटल ते उस चो वो इलेक्ट्रॉन्स ਨੂੰ बाहर भी ਕੱਢ ਸਕਦੇ। these are the simple points of radioactivity alpha beta and gamma properties। ठीक है, ये 12 पॉइंट्स हो गए अपने को। वीडियो ਨੂੰ पॉज करके इसकी नोट करो प्रॉपर्ली। थ्योरी सी अज मेन मैथमेटिकल पोर्शन नहीं किया, बाकी का डिस्कस होगा।